श्री नानक पद पंकज बंदन पद पंकज बंदना सिमरो अंगद दोख निकंदना। अमरदास गुर हृदय त्यावो हृदय त्यावो। श्री गुरु रामदास गुण गावो। श्री अर्जुन विघ्नन के नाशक विघ्नन के नाशक। हर गोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह बिसाला। तरों तरा पर पुन पुन सीसा जी पुन पुन सीसा। बंदों बार बार जगदीसा। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सत होए। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए। जज हो जो वन में होए लालस। लेहो अबे सो करो ना आलस। जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੀਵਾਨਾਂ ਦੌਰਾਨ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦੇ ਸਦਕਾ ਅਸੀਂ ਰੋਜ਼ਾਨਾ ਹੀ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠ ਕਰਕੇ ਸਤਿਗੁਰਾਂ ਜੀ ਦੇ ਜਿੱਥੇ ਪਾਵਨ ਬਚਨਾਂ ਨੂੰ ਕੀਰਤਨ ਰੂਪ ਦੇ ਵਿੱਚ ਸਰਵਣ ਕਰਦੇ ਹਾਂ, ਉਸ ਦੇ ਨਾਲ ਨਾਲ ਸਤਿਗੁਰਾਂ ਜੀ ਦੇ ਜੀਵਨ ਤੋਂ ਇਤਿਹਾਸ ਤੋਂ ਜਾਣੂ ਹੋਣ ਦਾ ਯਤਨ ਕਰਦੇ ਹਾਂ। ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਪਿਛਲੇ ਕੁਝ ਦਿਨਾਂ ਤੋਂ ਅਸੀਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਪੂਰਵ ਰਾਗ ਅਧਿਆਇ 23ਵੇਂ ਦਾ ਪ੍ਰਸੰਗ ਸਰਵਣ ਕਰਦੇ ਆ ਰਹੇ ਹਾਂ, ਜਿਸ ਦੇ ਵਿੱਚ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਇੱਥੋਂ ਤੱਕ ਵਿਚਾਰਾਂ ਦੇ ਨਾਲ ਸਾਂਝ ਪਾਈ ਸੀ, ਵਿਚਾਰ ਸਰਵਣ ਕੀਤੇ ਸਨ ਕਿ ਜਿਵੇਂ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਸੁਪਤਨੀ ਬੇਬੇ ਸੁਲੱਖਣੀ ਜੀ ਦੇ ਨਾਲ ਭਾਈ ਪਰਮਾਨੰਦ ਜੀ ਆਪਣੇ ਪਿਤਾ ਮਹਿਤਾ ਕਾਲੂ ਜੀ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ, ਬਚਨਾਂ ਦੀ ਪਾਲਣਾ ਕਰਦਿਆਂ ਹੋਇਆਂ ਬਰਾਤ ਦੇ ਨਾਲ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਚੱਲ ਕੇ ਤਲਵੰਡੀ ਨਗਰ ਦੇ ਵਿੱਚ ਪਹੁੰਚਦੇ ਨੇ, ਜਿੱਥੇ ਨਗਰ ਦੇ ਲੋਕ, ਆਲੇ ਦੁਆਲੇ ਪਿੰਡਾਂ ਦੇ ਰਹਿਣ ਵਾਲੇ ਲੋਕ ਇਸ ਬਰਾਤ ਦਾ ਭਰਵਾਂ ਸਵਾਗਤ ਕਰਦੇ ਨੇ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਸੀ, ਉਹ ਆਪਣੀ ਪਿਆਸ ਨੂੰ ਬੁਝਾਉਂਦੇ ਨੇ। ਤੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਆਰੇ ਸੇਵਕ ਉਸ ਨਗਰ ਦੇ ਰਾਜੇ ਰਾਏ ਬੁਲਾਰ ਜੀ ਨੂੰ ਵੀ ਮਿਲਦੇ ਨੇ। ਰਾਏ ਬੁਲਾਰ ਜੀ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ, ਆਪਸ ਦੇ ਵਿੱਚ ਮੇਲ ਮਿਲਾਪ ਹੁੰਦਾ, ਵੱਖ-ਵੱਖ ਤਰੀਕਿਆਂ ਦੇ ਨਾਲ ਇੱਕ ਦੂਜੇ ਦੀ ਦੁੱਖ ਸੁੱਖ ਪੁੱਛੇ ਜਾਂਦੇ ਨੇ, ਸੁੱਖ ਸਾਂਦ ਪੁੱਛੀ ਜਾਂਦੀ ਹੈ। ਤੇ ਰਾਏ ਬੁਲਾਰ ਜੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਜਿੱਥੇ ਪਾਤਸ਼ਾਹ ਜੀ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈਂਦੇ ਨੇ, ਆਪਣੇ ਗਲ ਨਾਲ ਲਾਉਂਦੇ ਨੇ, ਉੱਥੇ ਨਾਲ ਹੀ ਨਾਲ ਜਿਹੜਾ ਰਾਏ ਬੁਲਾਰ ਜੀ ਦਾ ਪਿਆਰ ਹੈ ਨਾ, ਉਹ ਅੱਖਾਂ ਦੇ ਹੰਝੂਆਂ ਦੇ ਰਾਹੀਂ ਵਹਿ ਪੈਂਦਾ ਹੈ। ਤੇ ਇਸੇ ਤਰ੍ਹਾਂ ਕੁਝ ਸਮਾਂ ਬਤੀਤ ਹੁੰਦਾ। ਜਿਹੜੀ ਸਭਾ ਦੇ ਵਿੱਚ ਰਾਏ ਬੁਲਾਰ ਜੀ ਸੱਜ ਬੈਠੇ ਸਨ, ਦੁਨੀਆ ਦੇ ਦੁੱਖੜੇ ਸੁਣਦੇ ਸਨ, ਆਪਣੀ ਪ੍ਰਜਾ ਦੇ ਦੁੱਖ ਸੁੱਖ ਸੁਣਦੇ ਸਨ, ਪ੍ਰਜਾ ਦੇ ਜੋ ਵੀ ਝਗੜੇ ਸਨ ਉਹਨਾਂ ਨੂੰ ਨਿਪਟਾਉਣ ਦਾ ਯਤਨ ਕਰਦੇ ਸਨ, ਪ੍ਰਜਾ ਦੇ ਲਈ ਨਿਆਂ ਕਰ ਰਹੇ ਸਨ। ਉਸੇ ਸਭਾ ਦੇ ਵਿੱਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹੁੰਚਦੇ ਨੇ ਨਾ, ਰਾਏ ਬੁਲਾਰ ਜੀ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਪਸੀ ਪਿਆਰ ਦੇਖ ਕੇ ਉਹ ਸਾਰੀ ਸਭਾ ਦੇ ਲੋਕ ਵੀ ਹੈਰਾਨ ਰਹਿ ਗਏ ਵੀ ਕਿਸੇ ਦੇ ਵਿੱਚ ਇੰਨਾ ਪਿਆਰ ਵੀ ਹੋ ਸਕਦਾ। ਤੇ ਇਸੇ ਤਰ੍ਹਾਂ ਰਾਏ ਬੁਲਾਰ ਜੀ ਦੇ ਅੱਗੇ ਜਿਹੜੀ ਸਾਰੀ ਆਵਾਮ ਝੁਕਦੀ ਸੀ, ਝੁਕ ਕੇ ਸਲਾਮ ਕਰਦੀ ਸੀ, ਉਹ ਆਪ ਖੁਦ ਆਪਣੇ ਆਸਣ ਤੋਂ, ਆਪਣੇ ਪਲੰਘ ਤੋਂ ਖੜੇ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਦਰ ਸਤਿਕਾਰ ਕਰਦੇ ਨੇ, ਜਿੱਥੇ ਆਪਣੇ ਗਲ ਦੇ ਨਾਲ ਲਾਉਂਦੇ ਨੇ, ਤੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਆਪਣੇ ਪਲੰਘ ਦੇ ਉੱਤੇ ਵਿਰਾਜਮਾਨ ਕਰਦੇ ਨੇ। ਇਸੇ ਤਰ੍ਹਾਂ ਦੋਹਾਂ ਵਿਚਕਾਰ ਆਪਸ ਦੇ ਵਿੱਚ ਮਿਲਣੀ ਹੁੰਦੀ ਹੈ, ਬਹੁਤ ਪਿਆਰ ਬਖਸ਼ਿਸ਼ ਕਰਦੇ ਨੇ, ਵਿਚਾਰਾ ਕਰਦੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਉਸ ਅਸਥਾਨ ਤੋਂ ਚੱਲ ਕੇ ਆਪਣੇ ਨਿੱਜੀ ਘਰ ਦੇ ਵਿੱਚ ਪਹੁੰਚਦੇ ਨੇ। ਘਰ ਦੇ ਵਿੱਚ ਪਹੁੰਚ ਕੇ ਮਾਤਾ ਜੀ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਆਪਣੇ ਹੱਥਾਂ ਦੇ ਨਾਲ ਆਪਣੇ ਪੁੱਤਰ ਅਤੇ ਆਪਣੀ ਨੂੰਹ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਪਾਤਸ਼ਾਹ ਜੀ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਛਕ ਕੇ ਜਿੰਨੀ ਉਹਨਾਂ ਦੀ ਇੱਛਾ ਸੀ ਉਸ ਦੇ ਅਨੁਸਾਰ ਭੋਜਨ ਛਕਣ ਤੋਂ ਉਪਰੰਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੋਹਣੇ ਵਿਛਾਉਣੇ ਦੇ ਉੱਤੇ ਜਾ ਕੇ, ਸੋਹਣੇ ਪਲੰਘ ਦੇ ਉੱਤੇ ਜਾ ਕੇ ਆਸਣ ਲਗਾ ਕੇ ਆਰਾਮ ਕਰਦੇ ਨੇ। ਤੇ ਬਾਅਦ ਦੇ ਵਿੱਚ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਪਾਤਸ਼ਾਹ ਜੀ ਫਿਰ ਉੱਠ ਕੇ ਇਸ਼ਨਾਨ ਪਾਣੀ ਕਰਕੇ ਜਿੱਥੇ ਸਮਾਜ ਦੇ ਵਿੱਚ ਸੁੱਖ ਪ੍ਰਦਾਨ ਕਰਦੇ ਨੇ, ਸੁੱਖਾਂ ਦੀਆਂ ਦਾਤਾਂ ਵੰਡਦੇ ਨੇ ਤਲਵੰਡੀ ਨਗਰ ਦੇ ਵਿੱਚ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਦਾ ਭੇਜਦੇ ਨੇ ਪੰਡਿਤ ਹਰਦਿਆਲ ਜੀ ਨੂੰ। ਤੇ ਪੰਡਿਤ ਹਰਦਿਆਲ ਜੀ ਫਿਰ ਆ ਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿੱਥੇ ਦਰਸ਼ਨ ਕਰਦੇ ਨੇ, ਤੇ ਪੰਡਿਤ ਹਰਦਿਆਲ ਜੀ ਫਿਰ ਆਪਣੇ ਮੁਖ ਤੋਂ ਕੁਝ ਬਚਨ ਉਚਾਰਨ ਕਰਦੇ ਨੇ। ਕੀ ਬਚਨ ਉਚਾਰਨ ਕਰਦੇ ਨੇ, ਆਓ ਅੱਜ ਦੇ ਇਹਨਾਂ ਦੀਵਾਨਾਂ ਦੇ ਅੰਦਰ ਵਿਚਾਰ ਸਰਵਣ ਕਰਨ ਦਾ ਯਤਨ ਕਰਦੇ ਹਾਂ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜਾਚੋ ਜੋ ਮਨ ਮੈਂ ਹੋਏ ਲਾਲਸ, ਲਿਹੋ ਅਬੇ ਸੋ ਕਰਹੁ ਨਾ ਆਲਸ। ਪੰਡਿਤ ਹਰਦਿਆਲ ਜੀ ਜਦੋਂ ਚੱਲ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਉਂਦੇ ਨੇ, ਦਰਸ਼ਨ ਕਰਦੇ ਨੇ, ਤੇ ਪਾਤਸ਼ਾਹ ਜੀ ਫਿਰ ਉਸ ਪੰਡਿਤ ਹਰਦਿਆਲ ਜੀ ਨੂੰ ਆਖਦੇ ਨੇ ਵੀ ਭਾਈ ਦੱਸੋ ਤੁਹਾਡੇ ਮਨ ਦੀ ਕੀ ਲਾਲਸਾ ਹੈ, ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਹੈ ਨਾ, ਬਿਨਾਂ ਝਿਜਕ ਤੋਂ ਉਹ ਸਭ ਕੁਝ ਸਾਨੂੰ ਦੱਸ ਦਿਓ। ਤੇ ਆਪਣੀ ਇੱਛਾ ਦੇ ਅਨੁਸਾਰ ਜਿਹੜੇ ਵੀ ਤੁਹਾਨੂੰ ਪਦਾਰਥਾਂ ਦੀ ਜ਼ਰੂਰਤ ਹੈ ਨਾ, ਉਹ ਤੁਸੀਂ ਸਾਡੇ ਕੋਲੋਂ ਹੁਣ ਪ੍ਰਾਪਤ ਕਰ ਸਕਦੇ ਹੋ। ਬੋਲਿਓ ਦਿਜ ਹਰਦਿਆਲ ਪ੍ਰਬੀਨਾ, ਆਦ ਰੂਪ ਤੁਮ ਦਾਨੀ ਦੀਨਾ। ਤੇ ਪ੍ਰੋਹਤ ਹਰਦਿਆਲ ਭਾਵ ਪੰਡਿਤ ਹਰਦਿਆਲ ਜੀ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਕੇਵਲ ਸੁਣਿਆ ਹੀ ਨਹੀਂ ਸੀ, ਸੁਣ ਕੇ ਉਹਨਾਂ ਬਚਨਾਂ ਦੇ ਧਾਰਨੀ ਵੀ ਬਣੇ ਸਨ, ਭਾਵ ਉਹਨਾਂ ਬਚਨਾਂ ਦੇ ਉੱਤੇ ਪਹਿਰਾ ਵੀ ਦਿੱਤਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਵੀ ਸੀ। ਤੇ ਪੰਡਿਤ ਹਰਦਿਆਲ ਜੀ ਹੁਣ ਪਾਤਸ਼ਾਹ ਜੀ ਦੇ ਕੋਲ ਜਿੱਥੇ ਬਚਨ ਸਰਵਣ ਕਰਕੇ ਜਿੱਥੇ ਉਹਨਾਂ ਨੂੰ ਗਿਆਨ ਬਖਸ਼ਿਸ਼ ਕੀਤਾ ਹੈ ਪਾਤਸ਼ਾਹ ਜੀ ਨੇ, ਉੱਥੇ ਪੰਡਿਤ ਹਰਦਿਆਲ ਜੀ ਦੀ ਬੁੱਧੀ ਦਾ ਵਿਕਾਸ ਵੀ ਹੁੰਦਾ, ਮੱਤ ਉੱਚੀ ਤੇ ਸੁੱਚੀ ਹੋ ਜਾਂਦੀ। ਜਦੋਂ ਹੁਣ ਪਾਤਸ਼ਾਹ ਜੀ ਨੇ ਪੁੱਛਿਆ ਵੀ ਭਾਈ ਕੋਈ ਮਨ ਦੀ ਲਾਲਸਾ, ਕੋਈ ਮਨ ਦੀ ਇੱਛਾ ਰਹਿ ਗਈ ਹੋਵੇ ਤੇ ਉਸ ਦੇ ਅਨੁਸਾਰ ਤੁਸੀਂ ਸਾਡੇ ਕੋਲੋਂ ਬਿਨਾਂ ਕਿਸੇ ਦੇਰੀ ਤੋਂ
ਪਦਾਰਥ ਪ੍ਰਾਪਤ ਕਰ ਸਕਦੇ ਹੋ। ਹੁਣ ਪੰਡਿਤ ਹਰਦਿਆਲ ਜੀ ਜਿਹੜੇ ਸਿਆਣੇ ਨੇ, ਪ੍ਰਵੀਨ ਨੇ, ਬੁੱਧੀਮਾਨ ਨੇ, ਉਹ ਪਾਤਸ਼ਾਹ ਜੀ ਨੂੰ ਹੁਣ ਆਖਦੇ ਨੇ ਆਦ ਰੂਪ ਤੁਮ ਦਾਨੀ ਦੀਨਾ, ਕਿ ਹੇ ਪਾਤਸ਼ਾਹ ਜੀ ਤੁਸੀਂ ਆਦ ਰੂਪ ਹੋ। ਭਾਵ ਜਦੋਂ ਇਸ ਕਾਇਨਾਤ ਦੀ ਰਚਨਾ ਹੋਈ ਹੈ ਨਾ, ਪੂਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਉਸ ਦੇ ਮੁੱਢ ਤੋਂ ਤੁਹਾਡਾ ਸਰੂਪ ਹੈ। ਉਸ ਰਚਨਾ ਤੋਂ ਪਹਿਲਾਂ ਤੁਸੀਂ ਮੌਜੂਦ ਸੀ। ਭਾਵ ਤੁਸੀਂ ਗਰੀਬਾਂ ਦੇ ਦਾਤੇ ਹੋ। ਰਾਵ ਰਜਿਤੀ ਲਖਾਵਨ ਕੀਨੀ, 33 ਮਹਿਮਾ ਮੈਂ ਲਖ ਨੀਨੀ। ਕਹਿੰਦੇ ਜਿੰਨੀ ਮੈਂ ਤੁਹਾਡੀ ਮਹਿਮਾ ਸੁਣੀ ਸੀ, ਜਿੰਨੀ ਮੈਂ ਤੁਹਾਡੀ ਮਹਿਮਾ ਨੂੰ ਜਾਣਿਆ ਸੀ, ਦੁਨੀਆ ਦੇ ਲੋਕ, ਜਿੱਥੇ ਕਿਤੇ ਤਲਵੰਡੀ ਨਗਰ ਦੇ ਰਹਿਣ ਵਾਲੇ ਲੋਕ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਜਾ ਕੇ ਤੁਹਾਡੇ ਦਰਸ਼ਨ ਕਰਦੇ ਸਨ ਤੇ ਵਾਪਸ ਆ ਕੇ ਨਗਰ ਦੇ ਵਿੱਚ ਤੁਹਾਡੀਆਂ ਜਿਹੜੀਆਂ ਵਡਿਆਈਆਂ ਕਰਦੇ ਸਨ ਨਾ, ਤੁਹਾਡੀਆਂ ਸਿਫਤ ਸਲਾਹਾਂ ਕਰਦੇ ਸਨ, ਤੁਹਾਡੀ ਮਹਿਮਾ ਦੇ ਗੁਣਗਾਨ ਗਾਉਂਦੇ ਸਨ। ਉਹ ਜਿੰਨੀ ਵੀ ਮਹਿਮਾ ਮੈਂ ਆਪਣੇ ਕੰਨਾਂ ਦੇ ਨਾਲ ਸੁਣੀ ਹੈ, ਕਹਿੰਦੇ ਉਹ ਸਾਰੀ ਦੀ ਸਾਰੀ ਮਹਿਮਾ ਮੈਂ ਆਪਣੇ ਅੱਖੀਂ ਵੇਖ ਲਈ ਹੈ। ਅਪਰ ਨਰਨ ਸੀਵੀ ਮਤ ਮੁਰ ਨਾਹੀ, ਧਰੇ ਜੇ ਪਾਵਨ ਨਰ ਤਬ ਨਾਹੀ। ਤੇ ਹੁਣ ਪੰਡਿਤ ਹਰਦਿਆਲ ਜੀ ਆਖਦੇ ਨੇ, ਕਹਿੰਦੇ ਹੋਰਨਾਂ ਮਰਦਾਂ ਦੇ ਵਰਗੀ ਮੇਰੀ ਬੁੱਧੀ ਨਹੀਂ ਹੈ। ਮੈਂ ਉਹਨਾਂ ਦੇ ਵਾਂਗੂ ਨਹੀਂ ਸੋਚਦਾ। ਜਿਵੇਂ ਦੁਨੀਆ ਦੇ ਲੋਕ, ਇਹ ਸਮਾਜ ਤੁਹਾਡੇ ਪ੍ਰਤੀ ਕੁਝ ਨਾ ਕੁਝ ਨਜ਼ਰੀਆ ਰੱਖਦਾ ਹੋਵੇਗਾ, ਕਿਉਂਕਿ ਜਿਨ੍ਹਾਂ ਨੇ ਪਾਤਸ਼ਾਹ ਜੀ ਨੂੰ ਸਮਝ ਲਿਆ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਮਜ ਨੂੰ ਸਮਝਿਆ, ਉਹ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਰਮੇਸ਼ਰ ਦਾ ਸਰੂਪ ਕਰਕੇ ਉਹਨਾਂ ਦੀ ਪੂਜਾ ਕਰਦੇ ਨੇ। ਭਾਵ ਉਹਨਾਂ ਨੂੰ ਸਭ ਕੁਝ ਮੰਨਦੇ ਨੇ। ਪਰ ਜਿਨ੍ਹਾਂ ਦੇ ਹਜੇ ਤੱਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਮਜ ਨੂੰ ਨਹੀਂ ਸਮਝਿਆ, ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਨਹੀਂ ਸਮਝ ਸਕੇ ਨਾ, ਉਹ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਇੱਕ ਆਮ ਇਨਸਾਨ ਦੇ ਵਾਂਗ ਹੀ ਸਮਝਦੇ ਸਨ। ਉਹਨਾਂ ਦੇ ਨਾਲ ਹੁਣ ਪੰਡਿਤ ਜੀ ਆਪਣੀ ਤੁਲਨਾ ਕਰਦੇ ਆਖਦੇ ਨੇ, ਕਹਿੰਦੇ ਮੇਰੀ ਬੁੱਧੀ ਹੋਰਨਾਂ ਮਰਦਾਂ ਦੇ ਵਾਂਗ ਨਹੀਂ ਹੈ, ਹੋਰਾਂ ਲੋਕਾਂ ਦੇ ਵਾਂਗ ਨਹੀਂ ਮੈਂ ਸੋਚਦਾ। ਕਹਿੰਦੇ ਜੇਕਰ ਕਹਿੰਦੇ ਤੁਹਾਡਾ ਧਿਆਨ ਧਰੀਏ ਤਾਂ ਕਹਿੰਦੇ ਦੇਖਣ ਤੱਕ, ਇੱਥੋਂ ਤੱਕ ਮੇਰੀ ਬੁੱਧੀ ਕੰਮ ਕਰਦੀ, ਇੱਥੋਂ ਤੱਕ ਸੁਰਤ ਮੇਰੀ ਕੰਮ ਕਰਦੀ ਕਿ ਤੁਸੀਂ ਕੇਵਲ ਤੇ ਕੇਵਲ ਕੋਈ ਆਮ ਮਨੁੱਖ ਨਹੀਂ ਹੋ। ਕਾਰਨ ਕਾਰਜ ਕੋ ਆਤਾਰਾ, ਸਭ ਕੋ ਕਰਤਾ ਜਿਤੋ ਪਸਾਰਾ। ਕਹਿੰਦੇ ਤੁਸੀਂ ਤਾਂ ਸਮਾਜ ਦੇ ਵਿੱਚ ਜੋ ਕੁਝ ਵਾਪਰ ਰਿਹਾ ਨਾ, ਪੂਰੇ ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਹੋ ਰਿਹਾ, ਸਾਰਾ ਕੁਝ ਕਹਿੰਦੇ ਤੁਸੀਂ ਕਰਨ ਕਰਾਉਣ ਵਾਲੇ ਹੋ। ਸਾਰੇ ਕਾਰਜ ਤੁਹਾਡੇ ਹੁਕਮ ਦੇ ਵਿੱਚ ਹੋ ਰਹੇ ਨੇ। ਹੁਣ ਇੱਕ ਪੰਡਿਤ ਹਰਦਿਆਲ ਦੂਜੇ ਵਿਚਾਰਾਂ ਦੇ ਨਾਲ, ਦੂਜੀ ਮੱਤ ਦੇ ਨਾਲ ਸੰਬੰਧਿਤ ਰੱਖਣ ਵਾਲੇ, ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਸੇਵਕ ਬਣੇ ਨੇ, ਉਹਨਾਂ ਦਾ ਪਾਤਸ਼ਾਹ ਜੀ ਦੇ ਪ੍ਰਤੀ ਨਜ਼ਰੀਆ ਕੀ ਹੈ? ਕਹਿੰਦੇ ਤੁਸੀਂ ਤਾਂ ਪੂਰੇ ਕਾਇਨਾਤ ਦੇ ਵਿੱਚ ਜੋ ਕੁਝ ਵਾਪਰ ਰਿਹਾ ਨਾ, ਉਹ ਕਰਨ ਕਰਾਉਣ ਵਾਲੇ ਹੋ। ਭਾਵ ਸਾਰਾ ਕੁਝ ਹੀ ਤੁਹਾਡੇ ਹੁਕਮ ਦੇ ਵਿੱਚ ਹੋ ਰਿਹਾ। ਸਭ ਕੋ ਕਰਤਾ ਜਿਤੋ ਪਸਾਰਾ, ਇਸ ਦੁਨੀਆ ਦੇ ਵਿੱਚ ਸਾਰੇ ਪਸਾਰੇ ਦੇ ਤੁਸੀਂ ਹੀ ਕਰਤਾ ਹੋ, ਤੁਸੀਂ ਹੀ ਸਾਰਾ ਕੁਝ ਕਰਨ ਕਰਾਉਣ ਵਾਲੇ ਹੋ। ਪਰਮੇਸ਼ਰ ਪਾਰ ਬ੍ਰਹਮ ਪੁਰਾਤਨ, ਪਰੰਪਰਾ ਵਰਨਾਥ ਸਨਾਤਨ। ਤੇ ਪੰਡਿਤ ਜੀ ਆਖਦੇ ਕਿ ਤੁਸੀਂ ਪਰਮੇਸ਼ਰ ਹੋ, ਪਾਰ ਬ੍ਰਹਮ ਹੋ। ਤੇ ਕਹਿੰਦੇ ਪਰਮੇਸ਼ਰ ਵੀ ਉਦੋਂ ਤੋਂ ਹੋ ਜਦੋਂ ਹਜੇ ਕੋਈ ਵੀ ਚੀਜ਼ ਪੈਦਾ ਨਹੀਂ ਹੋਈ ਸੀ, ਕਿਸੇ ਵੀ ਚੀਜ਼ ਦੀ ਹਜੇ ਰਚਨਾ ਨਹੀਂ ਹੋਈ ਸੀ ਨਾ, ਜਦੋਂ ਸਾਰਾ ਕੁਝ ਸੁੰਨ ਸੀ, ਕੋਈ ਵੀ ਵਿਚਾਰ, ਕੋਈ ਵੀ ਚੀਜ਼ ਇਸ ਕਾਇਨਾਤ ਦੇ ਵਿੱਚ ਨਹੀਂ ਸੀ, ਉਸ ਤੋਂ ਵੀ ਪਹਿਲਾਂ ਤੋਂ ਤੁਹਾਡਾ ਪ੍ਰਕਾਸ਼ ਹੈ। ਪਰਮ ਪਰਾਵਰ ਨਾਥ ਸਨਾਤਨ, ਕਹਿੰਦੇ ਆਪ ਜਗਤ ਦੇ ਉਹਨਾਂ ਉੱਤਮ ਪੁਰਖਾਂ ਦੇ ਵਿੱਚੋਂ ਇੱਕ ਹੋ, ਜਿਹੜੇ ਦਿਸਣ ਵਾਲੀਆਂ ਚੀਜ਼ਾਂ ਅਤੇ ਨਾ ਦਿਸਣ ਵਾਲੀਆਂ ਦੋਹਾਂ ਚੀਜ਼ਾਂ ਦੇ ਜਿਹੜੀ ਪ੍ਰਕਾਸ਼ ਦੀ ਸ੍ਰਿਸ਼ਟੀ ਵਿੱਚ ਹੈ ਨਾ। ਭਾਵ ਜੋ ਉੱਚਿਆਂ ਤੋਂ ਉੱਚੇ ਵਿਅਕਤੀ ਨੇ, ਜੋ ਸ੍ਰੇਸ਼ਟ ਤੋਂ ਸ੍ਰੇਸ਼ਟ ਵਿਅਕਤੀ ਨੇ, ਕਹਿੰਦੇ ਤੁਸੀਂ ਉਹਨਾਂ ਤੋਂ ਵੀ ਕਿਤੇ ਉੱਪਰ ਹੋ। ਭਾਵ ਤੁਹਾਡੀ ਹਸਤੀ ਬਿਆਨ ਨਹੀਂ ਕੀਤੀ ਜਾ ਸਕਦੀ। ਜੇਕਰ ਸਮਾਜ ਦੇ ਵਿੱਚ ਕਿਸੇ ਪੈਮਾਨੇ ਦੇ ਨਾਲ ਇਹ ਦੇਖਿਆ ਜਾਵੇ ਕਿ ਸਮਾਜ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਬੁੱਧੀਮਾਨ ਕੌਣ ਹੈ, ਤੇ ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਉਸ ਮਨੁੱਖ ਤੋਂ ਵੀ ਕਿਤੇ ਉੱਤੇ ਤੁਹਾਡੀ ਹਸਤੀ ਹੈ। ਇਸੇ ਕਰਕੇ ਕਹਿੰਦੇ ਤੁਸੀਂ ਪੂਜਣਯੋਗ ਹੋ। ਤੁਹਾਡੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕੋਈ ਕਥਨ ਨਹੀਂ ਕੀਤਾ ਜਾ ਸਕਦਾ, ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਕੇਵਲ ਤੇ ਕੇਵਲ ਸ਼ਰਧਾ ਧਾਰ ਕੇ
ਤੁਹਾਡਾ ਜਿਹੜਾ ਹੈ ਉਹ ਆਰਾਧਨ ਕੀਤਾ ਜਾ ਸਕਦਾ ਹੈ। ਅਹਿ ਸਚਦਾਨੰਦ ਮੁਕੰਦਾ ਤਬ ਲੀਲਾ ਭਗਤਨ ਸੁਖ ਕੰਦਾ। ਕਹਿੰਦੇ ਤੁਸੀਂ ਸਤ ਸਰੂਪ ਕਰਤਾਰ ਹੋ, ਤੁਸੀਂ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ ਤੇ ਤੁਸੀਂ ਕਹਿੰਦੇ ਮੁਕਤੀ ਦੇ ਦਾਤੇ ਹੋ। ਤੁਹਾਡੀ ਜਿਹੜੀ ਲੀਲਾ ਹੈ ਨਾ, ਤਬ ਲੀਲਾ ਭਗਤਨ ਸੁਖ ਕੰਦਾ, ਜੋ ਕੁਝ ਵੀ ਤੁਸੀਂ ਕੌਤਕ ਵਰਤਾਉਂਦੇ ਹੋ, ਜਿਹੜੇ ਤਾਂ ਤੁਹਾਡੇ ਭਗਤ ਨੇ, ਜਿਹੜੇ ਤੁਹਾਡੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ, ਉਹ ਤੁਹਾਡੇ ਕੌਤਕਾਂ ਨੂੰ ਵੇਖ ਵੇਖ ਕੇ ਜਿੱਥੇ ਹੈਰਾਨ ਹੁੰਦੇ ਨੇ, ਉੱਥੇ ਉਹਨਾਂ ਦੇ ਮਨ ਦੇ ਵਿੱਚ ਸੁੱਖ ਵੀ ਮਿਲਦਾ, ਉਹਨਾਂ ਨੂੰ ਉਹ ਸੁੱਖ ਵੀ ਪ੍ਰਾਪਤ ਕਰਦੇ ਨੇ। ਅਸੀਂ ਪਿੱਛੇ ਪ੍ਰਸੰਗ ਸਰਵਣ ਕੀਤਾ ਸੀ, ਕਿਵੇਂ ਰਾਏ ਬੁਲਾਰ ਜੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਰੁੱਖ ਦੀ ਛਾਂ ਦੇ ਹੇਠਾਂ ਬੈਠੇ ਨੇ, ਤੇ ਫਿਰ ਉਹ ਵੀ ਪ੍ਰਸੰਗ ਸਰਵਣ ਕੀਤਾ ਜਦੋਂ ਇੱਕ ਸੱਪ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਛਾਂ ਕੀਤੀ ਹੋਈ ਸੀ। ਉਹ ਰਾਏ ਬੁਲਾਰ ਨੇ ਜਦੋਂ ਇਹੋ ਜਿਹੇ ਕੌਤਕ ਵੇਖੇ, ਉਸ ਦੇ ਮਨ ਦੇ ਵਿੱਚ ਪਾਤਸ਼ਾਹ ਜੀ ਦੇ ਪ੍ਰਤੀ ਸ਼ੰਕਾ ਨਹੀਂ ਪੈਦਾ ਹੋਇਆ, ਸਗੋਂ ਉਸ ਦੀ ਪ੍ਰੀਤ, ਉਸ ਦੀ ਸ਼ਰਧਾ ਭਾਵਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਹੋਰ ਪੱਕੀ ਹੁੰਦੀ ਗਈ, ਹੋਰ ਦ੍ਰਿੜ ਹੁੰਦੀ ਗਈ। ਇਸੇ ਤਰ੍ਹਾਂ ਹੁਣ ਪੰਡਿਤ ਹਰਦਿਆਲ ਜੀ ਆਖਦੇ ਨੇ, ਕਹਿੰਦੇ ਜਿਹੜੇ ਵੀ ਤੁਹਾਡੇ ਭਗਤ ਨੇ ਉਹ ਤੁਹਾਡੇ ਕੌਤਕਾਂ ਨੂੰ ਵੇਖ ਕੇ, ਤੁਹਾਡੀ ਲੀਲਾ ਨੂੰ ਵੇਖ ਕੇ ਸੁਖ ਪ੍ਰਾਪਤ ਕਰਦੇ ਹਨ। ਜਗਿ ਭਵੀਤ ਜਬਹਿ ਤੁਮ ਦੀਨੋ ਤਬ ਕੋ ਮਮ ਮਨ ਇਸਥਰ ਕੀਨੋ। ਪੰਡਿਤ ਹਰਦਿਆਲ ਜੀ ਜਦੋਂ ਬਚਪਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਨੇਊ ਪਹਿਨਾਉਣ ਦੇ ਲਈ ਜਾਂਦੇ ਨੇ ਨਾ, ਅਸੀਂ ਉਹ ਵੀ ਪ੍ਰਸੰਗ ਸਰਵਣ ਕੀਤਾ ਸੀ। ਉਸੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਸੀ ਕਿ ਪੰਡਿਤ ਹਰਦਿਆਲ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉਪਦੇਸ਼ ਆਪਣੇ ਜੀਵਨ ਦੇ ਅੰਦਰ ਕਮਾਏ ਸੀ। ਹੁਣ ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਕਹਿੰਦੇ ਮੈਂ ਕੋਈ ਸਮੇਂ ਕਿਸੇ ਵੇਲੇ ਤੁਹਾਡੇ ਕੋਲ ਆਇਆ ਸੀ ਤੇ ਤੁਹਾਡੇ ਪਰਿਵਾਰ ਦੇ ਜੀਆਂ ਨੇ ਜਾਂ ਸਮਾਜ ਦੀ ਜੋ ਕੁਝ ਰੀਤੀ ਰਿਵਾਜ ਸਨ, ਜੋ ਵੀ ਰਸਮਾਂ ਸਨ, ਉਹਨਾਂ ਦੇ ਅਨੁਸਾਰ ਕਹਿੰਦੇ ਜਨੇਊ ਪਹਿਨਾਉਣ ਦੇ ਲਈ ਤੁਹਾਨੂੰ ਆਇਆ ਸੀ। ਪਰ ਕਹਿੰਦੇ ਜਦੋਂ ਤੁਹਾਡੀ ਸੰਗਤ ਕੀਤੀ, ਤੁਹਾਡਾ ਸੰਗ ਕੀਤਾ, ਤੇ ਜਿਹੜਾ ਜਨੇਊ ਤੁਸੀਂ ਮੈਨੂੰ ਬਖਸ਼ਿਸ਼ ਕੀਤਾ ਸੀ, ਜਿਹੜਾ ਗੁਣਾ ਰੂਪੀ ਜਨੇਊ ਧਾਰਨ ਕਰਨ ਲਈ ਤੁਸੀਂ ਮੈਨੂੰ ਆਖਿਆ ਸੀ, ਕਹਿੰਦੇ ਉਹ ਜਨੇਊ ਮੈਂ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਕਹਿੰਦੇ ਉਸੇ ਸਮੇਂ ਤੋਂ ਆਪਣੇ ਮਨ ਦੇ ਵਿੱਚ ਉਹ ਵਿਚਾਰ ਪੱਕੇ ਕਰ ਲਏ ਨੇ। ਤੇ ਕਹਿੰਦੇ ਉਸੇ ਦਿਨ ਤੋਂ ਮੈਂ ਇਹ ਵੀ ਜਾਣ ਲਿਆ ਸੀ ਕਿ ਤੁਸੀਂ ਆਪ ਕਰਤਾਰ ਹੋ। ਇਸੇ ਤਰ੍ਹਾਂ ਹੁਣ ਪੰਡਿਤ ਹਰਦਿਆਲ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਆਪਣੀ ਸ਼ਰਧਾ ਦਾ ਇਜ਼ਹਾਰ ਕਰਦੇ ਹਨ। ਚੌਪਈ ਸਰਬ ਲਾਲਸਾ ਭੀ ਉਰ ਪੂਰੀ, ਦੇਖੀ ਮੈਂ ਲੀਲਾ ਤੁਮਰੂਰੀ। ਕਹਿੰਦੇ ਤੁਹਾਡੀ ਸੁੰਦਰ ਲੀਲਾ ਜਦੋਂ ਮੈਂ ਵੇਖੀ ਸੀ ਨਾ, ਉਹ ਸਾਰੀ ਲੀਲਾ ਨੂੰ ਦੇਖ ਕੇ ਮੇਰੇ ਹਿਰਦੇ ਦੇ ਵਿੱਚ ਸਰਬ ਲਾਲਸਾ ਪੂਰੀ ਹੋ ਗਈ ਸੀ ਕਿ ਮੈਨੂੰ ਹੁਣ ਤੁਹਾਡਾ ਸੰਗ ਛੱਡਣਾ ਨਾ ਪਵੇ। ਮੈਂ ਹਮੇਸ਼ਾ ਤੁਹਾਡੇ ਸੰਗ ਰਹਿ ਕੇ, ਤੁਹਾਡੀ ਸੰਗਤ ਕਰਕੇ ਆਪਣਾ ਜੀਵਨ ਨਿਰਵਾਹ ਕਰਨਾ ਚਾਹੁੰਦਾ ਹਾਂ। ਬ੍ਰਿਤ ਬੈ ਸਬਬ ਭਾ ਬਲਹੀਨਾ, ਅਬ ਦੀਜੈ ਮੁਝ ਮੋਖ ਪਰਵੀਨਾ। ਤੇ ਪੰਡਿਤ ਹਰਦਿਆਲ ਜੀ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਕਹਿੰਦੇ ਹੁਣ ਮੇਰੀ ਉਮਰ ਜਿਹੜੀ ਹੈ ਵਡੇਰੀ ਹੋ ਗਈ, ਮੈਂ ਬੁੱਢਾ ਹੋ ਗਿਆ ਤੇ ਮੇਰਾ ਸਰੀਰ ਹੁਣ ਸਾਥ ਨਹੀਂ ਦੇ ਰਿਹਾ, ਮੇਰਾ ਸਰੀਰ ਹੁਣ ਚੱਲ ਨਹੀਂ ਰਿਹਾ। ਕਹਿੰਦੇ ਮੈਂ ਸਰੀਰ ਦੇ ਪੱਖੋਂ ਬਲਹੀਣਾ ਹੋ ਗਿਆ, ਮੇਰੇ ਸਰੀਰ ਦੇ ਵਿੱਚ ਹੁਣ ਉਹ ਤਾਕਤ ਨਹੀਂ ਰਹੀ। ਕਹਿੰਦੇ ਹੇ ਸ੍ਰੇਸ਼ਟ ਬੁੱਧੀ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਤੁਸੀਂ ਦਇਆ ਕਰੋ, ਮੈਨੂੰ ਜੀਵਨ ਦੀ ਮੁਕਤੀ ਬਖਸ਼ੋ। ਭਗਤ ਮਿਲੀ ਬਾਣੀ ਸੁਨ ਕਾਨਾ, ਹੱਸ ਬੋਲੇ ਸ਼੍ਰੀ ਕਿਰਪਾ ਨਿਧਾਨਾ। ਜਦੋਂ ਆਪਣੇ ਕੰਨਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਆਰੇ ਸੇਵਕਾਂ ਦੇ ਕੋਲੋਂ, ਆਪਣੇ ਭਗਤ ਦੇ ਕੋਲੋਂ, ਆਪਣੇ ਪਿਆਰੇ ਦੇ ਕੋਲੋਂ ਇਹ ਕੰਨਾਂ ਦੇ ਨਾਲ ਵਚਨ ਸੁਣੇ ਨਾ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਮੁਸਕਰਾ ਕੇ, ਹੱਸ ਕੇ ਕੁਝ ਵਚਨ ਉਚਾਰਨ ਕਰਦੇ ਹਨ। ਧੰਨ ਪ੍ਰਿਪ ਪਰ ਬੁੱਧ ਤੁਮਾਰੀ, ਧੰਨ ਹਉਮੈ ਕੀ ਸੁਰਤ ਬੇਸਾਰੀ। ਕਹਿੰਦੇ ਧੰਨ ਹੋ ਤੁਸੀਂ ਪ੍ਰੋਹਤ ਜੀ, ਪੰਡਤ ਜੀ ਤੁਸੀਂ ਧੰਨ ਹੋ। ਕਹਿੰਦੇ ਤੁਹਾਡੀ ਬੁੱਧੀ ਜਿਹੜੀ ਹੈ ਉਹ ਸ੍ਰੇਸ਼ਟ ਹੋ ਗਈ। ਕਿਉਂ? ਕਿਉਂਕਿ ਤੁਸੀਂ ਆਪਣੇ ਤਨ ਅਤੇ ਆਪਣੇ ਹਉਮੈ ਦਾ ਜਿਹੜਾ ਤਿਆਗ ਕਰ ਦਿੱਤਾ, ਇਹ ਸਾਰੇ ਵਿਕਾਰ ਤੁਸੀਂ ਛੱਡ ਦਿੱਤੇ ਨੇ। ਤੁਸੀਂ ਸੱਚਮੁੱਚ ਹੀ ਗੁਣਾ ਰੂਪੀ ਜਨੇਊ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ ਹੈ।
किंचित रहेगी वै शरीरा, तन अपवर्ग पाए मत धीरा। ते पातशाह जी आखते हैं कि ये शरीर कद तक बैठा रहेगा, क्योंकि ये शरीर तो एक ना एक दिन खत्म हो जाना। ये शरीर मिट्टी दे न्याई है। तो इस तरह तुन अपवर्ग पाए मत धीरा, हे धीरज अते श्रेष्ठ मत वाले ब्राह्मण जी, जिहड़ी तुसीं अपनी बुद्धि का विकास किया, तुसीं अपनी मत नूं उच्ची कीती है, तुसीं मोख प्राप्त करोगे। जो श्रिक गज तज ही बिन शोकू, त्यों तन तज गमने हर लोकू। ते इस तरह कहते तुसीं हुण बिना किसी दुख पाए बिना तुसीं हुण गुण धारण कर ले, परमात्मा की बंदगी की है, सिफत सलाह की है। चेते रखना उन्होंने तुहाडे जीवन दे विच किसी भी तरह का दुख नहीं आवेगा। तुसीं अरोग हो के जाओगे। तुहाडा तन इस मात लोक नूं बिना किसी रोग तो छड्डेगा। अस कह दीनो धर्म कनेरा, तेह पर कृपा दृष्ट होवै हेरा। धन गुरु नानक साहिब जी महाराज जी ने हुण पंडित हरदयाल जी दे नाल ये वचन विलास कीते ने। जिथे ये वचन विलास कीते ने, कवि संतोख सिंह जी चूड़ामणी जी आखदे ने, अस कह दीनो दरब कनेरा। दरब का भाव हुंदा पैसे, धन। कहते ये सारे वचन करन तो बाद हुण धन गुरु नानक साहिब जी महाराज जी ने पंडित जी नूं कुछ धन दिता है। तेह पर कृपा दृष्ट होया मेरा, ते उस वल कृपा दृष्टि दे नाल वेख्या है। भयो ज्ञान निज रूप पछाना, जीव भाव सब ही विसराना। ते कहते जदों हुण धन गुरु नानक साहिब जी महाराज जी ने किरपा की नज़र उस पंडित दे उत्ते पाई है, दया की, तरस किया, तां पंडित हरदयाल जी नूं इस गल का ज्ञान हो गया। ते उन्होंने हुण अपने निज रूप नूं पहचान लिया, भाव अपने जीवन की सार नूं पहचान लिया है। ग्यो सदन सुख पाए अमोला, निज मन निश्चाहु तो उडोला। ते घर विच जाके हुण पंडित हरदयाल जी सुख प्राप्त कर रहे हैं। तो इस तरह कहते अपने उन्होंने मन का जिहड़ा निश्चा सी वो दृढ़ हो गया, अडोल हो गए हैं। बहुरो पांदा बैद मुलाना, चल आए जेथे गत दाना। तो हुण पंडित हरदयाल जी दे नाल विचार चर्चा करन तो बाद जदों पता लगा भी हुण धन गुरु नानक साहिब जी महाराज तलवंडी नगर दे विच आए हुए ने, तां कहंदे फिर पांडा जिहदे कोलों धन गुरु नानक साहिब जी महाराज जी नूं सिੱਖਿਆ प्राप्त करन दे लई भेजिया गया सी, ते धन गुरु नानक साहिब जी महाराज जी ने पांधे नूं भी कुछ उपदेश बख्शिश कीते सन। फिर कहंदे नाल ही नाल बोहरो पांधा वैद मुलाना, ते जिहड़े वैद नूं धन गुरु नानक साहिब जी महाराज जी दे रोग की पहचान करन लई सद्दिया गया सी, ते धन गुरु नानक साहिब जी महाराज जी ने उस वैद नूं भी उपदेश बख्शिश कीते सन, वचन कीते सन। ते बाद दे विच नाल ही नाल मौलवी जी ये सारे दे सारे चल के धन गुरु नानक साहिब जी महाराज जी दे कोल उस अस्थान के उत्ते आ पहुंचे ने जिथे मुक्ति दे दाते धन गुरु नानक साहिब जी महाराज विराजमान होए हन। मिलन हेत मन संग उमंगा, जिन को चढ़ियो रंग सतसंगा। ते उन्हां सारियां दे मन दे विच भी बड़ा चाह सी धन गुरु नानक साहिब जी महाराज जी नूं मिलण वास्ते, बड़ा उत्साह सी कि पातशाह जी वापस तलवंडी दे विच पहुंचे ने ते असीं हुण जाके दर्शन करांगे, वचन विलास करांगे, ते जिन्हां नूं सतसंग दा रंग चढ़िया होया सी। ते इसे तरह हुण धन गुरु नानक साहिब जी महाराज जी की संगत करन दे वास्ते ये सारे जी आए ने। चेते रखना जिन्हां दे मन दे विच ना मन करके जिन्हां ने सतसंग दा सुख प्राप्त किया, जिन्हां नूं असल दे विच सतसंग दी महिमा दा पता लग गया, जिन्हां नूं पता लग गया भी संगत दे विच बैठ के नाम जपण दी महिमा की है, की इस दे नाल जीवन दे विच बदलाव हुंदे ने ना, वो मन करके फिर सुख प्राप्त करते हैं। जिहो जे मर्जी हालात आ जाण, जिहो जिहा मर्जी कोई समा चलदा होवे, उस संगत तो बिना फिर रहना जिहड़ा उन्हां दा मुश्किल हो जाता। हुण इसे तरह ये जिन्ने भी जी धन गुरु नानक साहिब जी महाराज जी का जिन्हां ने संग किया, जिन्हां नूं पातशाह जी ने बख्शिशां बख्शियां ने, इन्हां नूं कोई शरीर रूपी सुख नहीं पातशाह जी ने बख्शे, इन्हां नूं मन रूपी सुख प्रदान कीते सन। मन रूपी जिहड़ा सुख है ना, वो सदा वास्ते स्थिर रहिंदा, ते जिहड़े शरीर दे सुख ते दुख ने ये आउंदे जांदे रहिंदे ने।
ਇਹ ਜ਼ਿੰਦਗੀ ਦਾ ਹਿੱਸਾ ਹੈ। ਦੁੱਖ ਅਤੇ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ, ਇਹਦੇ ਨਾਲ ਹੀ ਜ਼ਿੰਦਗੀ ਦਾ ਨਿਰਵਾਹ ਹੁੰਦਾ। ਜੇਕਰ ਸਾਡੇ ਜ਼ਿੰਦਗੀ ਦੇ ਵਿੱਚ ਦੁੱਖ ਨਾ ਹੋਣਗੇ ਨਾ ਤਾਂ ਸਾਨੂੰ ਸੁੱਖ ਆਉਣ 'ਤੇ ਸੁੱਖ ਦਾ ਵੀ ਪਤਾ ਨਹੀਂ ਲੱਗੇਗਾ ਵੀ ਸੁੱਖ ਦੀ ਕੀ ਚੀਜ਼ ਹੈ। ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਕਿਤੇ ਕੰਮ ਕਾਜ ਕਰਦਿਆਂ ਹਾਰਾਂਗੇ ਨਹੀਂ ਨਾ ਤਾਂ ਸਾਨੂੰ ਜਿੱਤ ਦੀ ਖੁਸ਼ੀ ਦਾ ਪਤਾ ਨਹੀਂ ਲੱਗੇਗਾ। ਇਹ ਸਾਰਾ ਕੁਝ ਸਾਡੇ ਸਮੇਂ ਦੇ ਅਨੁਸਾਰ ਸਾਡੇ ਜੀਵਨ ਦੇ ਵਿੱਚ ਚੱਲਦਾ ਰਹਿੰਦਾ। ਪਰ ਚੇਤੇ ਰੱਖਣਾ, ਜਿਹੜਾ ਮਨ ਦਾ ਸੁੱਖ ਹੈ, ਮਨ ਦਾ ਟਿਕਾ ਹੈ, ਉਹ ਸੰਗਤ ਤੋਂ ਬਿਨਾਂ ਹੋਰ ਕਿਤੇ ਵੀ ਨਹੀਂ ਆ ਸਕਦਾ। ਲੱਖ ਯਤਨ ਕਰ ਲਈਏ, ਲੱਖ ਤਰੀਕੇ ਅਪਣਾ ਲਈਏ, ਉਹ ਇੱਕੋ ਤੇ ਇੱਕੋ ਤਰੀਕਾ ਜਿਹਦੇ ਨਾਲ ਅਸੀਂ ਆਨੰਦ ਦੇ ਵਿੱਚ ਆ ਸਕਦੇ ਹਾਂ, ਸਾਡਾ ਮਨ ਖੇੜੇ ਦੇ ਵਿੱਚ ਆ ਸਕਦਾ, ਮਨ ਰੰਗਿਆ ਜਾ ਸਕਦਾ, ਉਹ ਕੇਵਲ ਤੇ ਕੇਵਲ ਸੰਗਤ ਦੇ ਵਿੱਚ ਬੈਠ ਕੇ, ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਨਾਮ ਜਪਿਆ ਹੀ, ਬਾਣੀ ਪੜ੍ਹਿਆ ਹੀ, ਇਹ ਸਾਰਾ ਕੁਝ ਸਾਡੇ ਜੀਵਨ ਦੇ ਵਿੱਚ ਇਹ ਦਾਤਾਂ ਸਾਨੂੰ ਮਿਲਦੀਆਂ ਨੇ। ਇਸੇ ਤਰ੍ਹਾਂ ਹੁਣ ਸਾਰਿਆਂ ਦੇ ਮਨ ਦੇ ਵਿੱਚ ਚਾਅ ਸੀ, ਸਾਰਿਆਂ ਨੂੰ ਸਤ ਸੰਗਤ ਦਾ ਰੰਗ ਚੜਿਆ ਹੋਇਆ ਤੇ ਸਾਰੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੁਣ ਸੰਗਤ ਕਰਦੇ ਹਨ। ਜਬੇ ਵੀ ਲੋਕਿਓ ਕਾਲੂ ਨੰਦਨ, ਤਾਏ ਕਰੀ ਜੁਗ ਪਦ ਕਰ ਬੰਦਨ। ਇਸੇ ਤਰ੍ਹਾਂ ਹੁਣ ਸਾਰਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵੰਦਨਾ ਕੀਤੀ ਹੈ। ਹੇਰ ਸਰੂਪ ਅਨੂਪ ਅਜੋਨਾ, ਬੋਲ ਨਾ ਆਵ ਭਏ ਮੁਖ ਮੋਨਾ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਦੋਂ ਸਰੂਪ ਨੂੰ ਸਾਰਿਆਂ ਨੇ ਦੇਖਿਆ ਨਾ, ਜਿਹੜੇ ਘਰੋਂ ਇਹ ਤੱਕ ਕੇ ਆਏ ਸੀ ਵੀ ਅਸੀਂ ਪਾਤਸ਼ਾਹ ਜੀ ਦੇ ਨਾਲ ਵਿਚਾਰਾਂ ਕਰਾਂਗੇ, ਕੁਝ ਸੁਣਾਂਗੇ, ਕੁਝ ਪਾਤਸ਼ਾਹ ਜੀ ਦੇ ਨਾਲ ਬਚਨ ਵਿਲਾਸ ਕਰਾਂਗੇ, ਕਹਿੰਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰ ਲਏ, ਹੁਣ ਕਿਸੇ ਕੋਲੋਂ ਵੀ ਕੁਝ ਬੋਲਿਆ ਨਹੀਂ ਗਿਆ। ਕਵਲ ਨੈਣ ਸਨਮਾਨ ਬਸਾਏ, ਕੁਸ਼ਲ ਪੂਜਨੈ ਬੈਣ ਸੁਨਾਏ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਸਾਰਿਆਂ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਬਿਠਾਇਆ ਹੈ ਤੇ ਉਹਨਾਂ ਪਾਸੋਂ ਹੁਣ ਪਾਤਸ਼ਾਹ ਜੀ ਨੇ ਆਪ ਹਾਲ ਚਾਲ ਪੁੱਛਿਆ ਹੈ। ਤਰ ਧੀਰਜ ਬੋਲੇ ਮੁਖ ਬਾਣੀ, ਪਦ ਰਚਨਾ ਸੁਠ ਉਸਤਤ ਠਾਨੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਹੁਣ ਫਿਰ ਬਚਨ ਉਚਾਰਨ ਕੀਤੇ ਨੇ, ਜੋ ਕੁਝ ਪਾਤਸ਼ਾਹ ਜੀ ਪੁੱਛਦੇ ਨੇ, ਹਾਲ ਚਾਲ ਪੁੱਛਿਆ ਤੇ ਉਹਨਾਂ ਨੇ ਵੀ ਹੁਣ ਮਨ ਦੇ ਵਿੱਚ ਥੋੜਾ ਜਿਹਾ ਧੀਰਜ ਧਾਰਨ ਕਰਕੇ ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਹੁਤ ਉਸਤਤ ਕੀਤੀ ਹੈ। ਸਿੰਧ ਹੁਤਾਸਨ ਕਾਲ ਕਲੀ ਕੋ, ਅਤ ਪ੍ਰਚੰਡ ਇਸ ਤਰ੍ਹਾਂ ਬਲੀ ਕੋ। ਤੇ ਫਿਰ ਹੁਣ ਬਚਨ ਕਰਦੇ ਨੇ, ਕਹਿੰਦੇ ਪਾਤਸ਼ਾਹ ਜੀ ਇਹ ਕਲਯੁਗ ਦਾ ਸਮਾਂ ਜਿਹੜਾ ਹੈ ਨਾ, ਇਹ ਬੜਾ ਕਠੋਰ ਹੈ, ਅਗਨੀ ਦਾ ਸਾਗਰ ਹੈ, ਭਾਵ ਅੱਗ ਦਾ ਸਮੁੰਦਰ ਹੈ ਕਲਯੁਗ ਦਾ ਸਮਾਂ। ਕਹਿੰਦੇ ਇਸ ਨੂੰ ਪਾਰ ਕਰਨਾ ਬੜਾ ਔਖਾ ਹੈ। ਤੁਹਾਡੇ ਕੋਲੋਂ ਬਚਨ ਪ੍ਰਾਪਤ ਕੀਤੇ ਸਨ, ਤੁਸੀਂ ਸਾਡੇ ਉੱਤੇ ਦਇਆ ਕੀਤੀ ਸੀ, ਸਾਡੇ ਉੱਤੇ ਤਰਸ ਕੀਤਾ ਸੀ, ਤਾਂ ਹੀ ਇਸ ਅਸੀਂ ਕਲਯੁਗ ਦੇ ਸਮੁੰਦਰ ਨੂੰ ਪਾਰ ਕਰ ਸਕੇ ਹਾਂ, ਇਹ ਅੱਗ ਦੇ ਸਮੁੰਦਰ ਨੂੰ ਪਾਰ ਕਰ ਸਕਦੇ ਹਾਂ। ਕਹਿੰਦੇ ਕੋਈ ਬਲਵਾਨ ਹੀ, ਕੋਈ ਤਕੜਾ ਹੀ ਇਸ ਨੂੰ ਪਾਰ ਕਰ ਸਕਦਾ ਹੈ। ਜੀਵ ਭਰੇ ਦਜ ਦਜ ਦੁੱਖ ਪਾਈ, ਉਬਰ ਨਾ ਸਕੇ ਨਾ ਪਾਏ ਉਪਾਈ। ਕਹਿੰਦੇ ਜਿਹੜੇ ਇਸ ਸੰਸਾਰ ਦੇ ਵਿੱਚ ਜੀਵ ਨੇ ਨਾ, ਇਹ ਕਲਯੁਗ ਰੂਪੀ ਅਗਨੀ ਦੇ ਸਮੁੰਦਰ ਦੇ ਵਿੱਚ ਕਹਿੰਦੇ ਸੜ ਸੜ ਕੇ ਦੁੱਖ ਪਾ ਰਹੇ ਨੇ। ਕਲਯੁਗ ਦਾ ਪ੍ਰਭਾਵ ਇਹਨਾਂ ਨੇ ਜੀਵਨ ਦੇ ਅੰਦਰ ਆਪਣੇ ਧਾਰਨ ਕੀਤਾ ਹੋਇਆ। ਇਹ ਕਲਯੁਗ ਦਾ ਪ੍ਰਭਾਵ ਬੜਾ ਕਬੂਲਦੇ ਨੇ, ਕਹਿੰਦੇ ਉਹ ਬਚ ਨਹੀਂ ਸਕਦੇ ਤੇ ਨਾ ਹੀ ਬਚਣ ਦਾ ਕੋਈ ਹੋਰ ਉਪਾਅ ਮਿਲਦਾ ਹੈ। ਬਾਂਧਤ ਹੇਤ ਸੇਤ ਤਹਿ ਭਾਰਾ, ਕਿਰਪਾ ਧਾਰ ਲੀਨੋ ਅਵਤਾਰਾ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਸਤਤ ਕਰਦੇ ਹੋਏ ਪਾਂਧਾ, ਵੈਦ ਅਤੇ ਮੌਲਾਨਾ ਮੌਲਵੀ ਜੀ ਬਚਨ ਕਰਦੇ ਨੇ, ਕਹਿੰਦੇ ਪਾਤਸ਼ਾਹ ਜੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਤੁਸੀਂ ਅਵਤਾਰ ਧਾਰਨ ਕਰਕੇ ਇਸ ਧਰਤੀ ਦੇ ਉੱਤੇ ਇਸੇ ਕਰਕੇ ਆਏ ਹੋ ਕਿ ਇਸ ਅਗਨੀ ਦੇ ਸਾਗਰ ਨੂੰ, ਇਸ ਅੱਗ ਦੇ ਸਮੁੰਦਰ ਨੂੰ ਪਾਰ ਕਰਨ ਦੇ ਲਈ ਇਸ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੁਲ ਬਣਾਇਆ ਜਾ ਸਕੇ। ਚਰਨ ਕਰਮ ਸ਼ੁਭ ਤੇ ਜੋ ਤੂਸ਼ੇ, ਲੋਚਨ ਸੁਮਤੇ ਤੇ ਉਰ ਸੂਸ਼ੇ। ਕਹਿੰਦੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਸ਼ੁਭ ਕਰਮਾਂ ਤੋਂ ਪੈਰ ਪਿੰਗਲੇ ਨੇ। ਹੁਣ ਚੇਤੇ ਰੱਖਣਾ, ਗੁਰਬਾਣੀ ਦੇ ਵਿੱਚ ਵੀ ਇਹੋ ਜਿਹੀਆਂ ਉਦਾਹਰਨਾਂ ਵਰਤੀਆਂ ਗਈਆਂ ਨੇ। ਆਮ ਤੌਰ ਦੇ ਉੱਤੇ ਅਸੀਂ ਪਿੰਗਲਾ ਉਹਨੂੰ ਕਹਿ ਦਿੰਦੇ ਹਾਂ, ਉਸ ਦੇ ਲਈ ਵਰਤ ਸਕਦੇ ਹਾਂ ਵੀ ਜਿਹਦੇ ਕੋਲ ਚੱਲਣ ਦੀ ਸਮਰੱਥਾ ਨਾ ਹੋਵੇ ਜਾਂ ਜਿਹਦੇ ਪੈਰ ਚੱਲਣ ਦੇ ਵਿੱਚ ਉਹਦਾ ਸਾਥ ਨਾ ਦਿੰਦੇ ਹੋਣ। ਪਰ ਇੱਥੇ ਗੁਰਬਾਣੀ ਦੇ ਵਿੱਚ ਵੀ ਇਹ ਪੱਖ ਵਰਤਿਆ ਗਿਆ। ਕਹਿੰਦੇ ਸਰੀਰ ਦੇ ਪੱਖੋਂ ਮਨੁੱਖ ਬੇਸ਼ੱਕ ਤੰਦਰੁਸਤ ਹੋਵੇ, ਹੱਥ ਪੈਰ ਸਾਰੇ ਚੱਲਦੇ ਹੋਣ, ਕਹਿੰਦੇ ਜਿਹਦੇ ਸ਼ੁਭ ਕਰਮ ਨਹੀਂ ਨਾ, ਚੰਗੇ ਕਰਮ ਨਹੀਂ, ਸਮਝੋ ਉਹ ਵੀ ਪਿੰਗਲਾ ਹੈ।
ਭਾਵ ਉਹਦੀ ਵੀ ਬੁੱਧੀ ਵਿਕਾਸ ਨਹੀਂ ਕਰ ਰਹੀ, ਉਹ ਵੀ ਚੰਗੇ ਪਾਸੇ ਨਹੀਂ ਚੱਲ ਰਿਹਾ। ਇਸੇ ਤਰ੍ਹਾਂ ਕਹਿੰਦੇ ਲੋਚਨ ਸੁਮਤੇ ਤੇ ਉਰਸ਼ੂਸ਼ੇ, ਤੇ ਕਹਿੰਦੇ ਜਿਹੜੀਆਂ ਅੱਖਾਂ ਦੇਖਣ ਨੂੰ ਤਾਂ ਹਨ ਪਰ ਇਹਨਾਂ ਅੱਖਾਂ ਨੇ ਕੀ ਚੰਗਾ ਦੇਖਣਾ, ਇਹੋ ਜਿਹੀ ਬੁੱਧੀ ਨਹੀਂ ਹੈਗੀ। ਕਹਿੰਦੇ ਸਮਝ ਲਓ ਉਹ ਵੀ ਅੱਖਾਂ ਤੋਂ ਫਿਰ ਅੰਨਾ ਹੈ। ਸਮਦਮ ਜਿਨਕੇ ਕਰ ਨ ਸੰਘਾਰੇ, ਸੋ ਜਿਹੇ ਪਰ ਤਿਰ ਜਾਹੇ ਸੁਖਾਰੇ। ਤੇ ਕਹਿੰਦੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੋਈ ਚੰਗਾ ਕਰਨ ਲਈ ਕੋਈ ਪ੍ਰੇਰਿਆ ਨਹੀਂ ਗਿਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਭਲਾ ਵੀ ਕਰਨਾ, ਜਿਨ੍ਹਾਂ ਨੇ ਕੇਵਲ ਇਹੀ ਸੋਚ ਲਿਆ ਵੀ ਇਹ ਹੱਥ ਕੇਵਲ ਤੇ ਕੇਵਲ ਲੁੱਟਣ ਦੇ ਲਈ ਨੇ, ਲਾਲਚ ਦੇ ਲਈ ਕੋਈ ਨਾ ਕਿਸੇ ਦਾ ਵੀ ਗਲਾ ਘੁੱਟ ਸਕਦੇ ਨੇ। ਕਹਿੰਦੇ ਜਿਨ੍ਹਾਂ ਦੇ ਵਿੱਚ ਇਹੋ ਜਿਹੀ ਬਿਰਤੀ ਨਹੀਂ, ਉਹ ਸਮਝ ਲਓ ਹੱਥਾਂ ਤੋਂ ਵੀ ਅਪਾਹਜ ਨੇ, ਉਹਨਾਂ ਦੇ ਹੱਥ ਵੀ ਕਿਸੇ ਕੰਮ ਦੇ ਨਹੀਂ ਨੇ। ਤੇ ਇਸੇ ਤਰ੍ਹਾਂ ਕਹਿੰਦੇ ਨੇ ਸੋ ਜਿਹੇ ਪਰ ਤਰ ਜਾਹੇ ਸੁਖਾਰੇ, ਕਹਿੰਦੇ ਉਹ ਉਸ ਪੁੱਲ ਕਰਕੇ ਬੜੀ ਆਸਾਨੀ ਨਾਲ ਪਾਰ ਕਰ ਜਾਣਗੇ ਜਿਨ੍ਹਾਂ ਦੇ ਕੋਲ ਸ਼ੁਭ ਕਰਮ ਨੇ। ਭਾਵ ਸ਼ੁਭ ਕਰਮਾਂ ਦੇ ਨਾਲ ਨਾਲ ਉਹ ਚੰਗੇ ਕਰਮ ਕਰਦੇ ਕਰਦੇ ਆਪਣਾ ਜੀਵਨ ਦੀ ਉਮਰ ਦਾ ਪੈਂਡਾ ਤੈਅ ਕਰਦੇ ਨੇ। ਜਿਹੜੇ ਆਪਣੀਆਂ ਅੱਖਾਂ ਦੇ ਨਾਲ ਪੂਰੀ ਕਾਇਨਾਤ ਦੇ ਵਿੱਚ ਪਰਮਾਤਮਾ ਨੂੰ ਮਹਿਸੂਸ ਕਰਦੇ ਨੇ ਤੇ ਹੱਥਾਂ ਦੇ ਨਾਲ ਲੋਕਾਂ ਦਾ ਭਲਾ ਕਰਦੇ ਨੇ, ਦੁਨੀਆ ਦੇ ਵਿੱਚ ਸਦਾ ਹੀ ਚੰਗੇ ਕਰਮ ਕਰਦੇ ਨੇ, ਕਹਿੰਦੇ ਉਹੀ ਇਸ ਕਲਯੁਗ ਨੂੰ ਪਾਰ ਕਰ ਸਕਦੇ ਹਨ। ਮਨ ਅਨੁਮਾਨ ਕਰਤ ਸਦ ਹਮ ਹੀ, ਜਗਤ ਪ੍ਰਕਾਸ਼ ਕਰੋ ਕਬ ਤੁਮ ਹੀ। ਹੁਣ ਸਾਰੇ ਹੀ ਇਹੀ ਪਾਤਸ਼ਾਹ ਜੀ ਦੇ ਨਾਲ ਬਚਨ ਕਰਦੇ ਨੇ, ਕਹਿੰਦੇ ਸਾਡੇ ਮਨ ਦੇ ਵਿੱਚ ਇਹੀ ਵਿਚਾਰ ਚੱਲਦੇ ਨੇ, ਅਸੀਂ ਇਹੀ ਅਨੁਮਾਨ ਲਗਾਉਂਦੇ ਹਾਂ, ਕਹਿੰਦੇ ਜਿਹੜੇ ਤੁਸੀਂ ਆਪਣੀ ਕਲਾ ਨੂੰ ਆਪਣੀ ਕੌਤਕਾਂ ਨੂੰ ਛੁਪਾ ਕੇ ਰੱਖਿਆ, ਉਹ ਕਦੋਂ ਤੱਕ ਜਗ ਜ਼ਾਹਰ ਕਰੋਗੇ। ਰਾਬਰ ਪੂਰਨ ਕਲਾ ਸੰਕੋਚੀ, ਲਖੇ ਕੇ ਜੀਵ ਜਿਨੇ ਮਤ ਪੋਚੀ। ਤੇ ਕਹਿੰਦੇ ਤੁਸੀਂ ਆਪਣੀ ਸੰਪੂਰਨ ਕਲਾ ਨੂੰ ਲੁਕਾ ਕੇ ਰੱਖਿਆ ਹੈ। ਤੇ ਕਹਿੰਦੇ ਜਿਹੜੇ ਨੀਵੀਂ ਮੱਤ ਵਾਲੇ ਲੋਕ ਨੇ ਨਾ, ਪਾਤਸ਼ਾਹ ਜੀ ਤੁਹਾਡੀ ਮਹਿਮਾ ਨੂੰ ਨਹੀਂ ਸਮਝ ਸਕਦੇ। ਤੁਹਾਡੀ ਕਿਰਪਾ ਹੋਵੇ ਤਾਂ ਹੀ ਕਿਸੇ ਦੀ ਬੁੱਧੀ ਦਾ ਵਿਕਾਸ ਹੋ ਸਕਦਾ ਤੇ ਤੁਹਾਡੀ ਮਹਿਮਾ ਨੂੰ ਜਾਣ ਸਕਦੇ ਹਨ। ਅਸ ਪ੍ਰਕਾਰ ਕਹਿ ਕਰ ਬਚ ਲੋਨੇ, ਪਿਯਤ ਰੂਪ ਜਨ ਲੋਚਨ ਡੋਨੇ। ਇਸੇ ਤਰ੍ਹਾਂ ਸੁੰਦਰ ਬਚਨ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਕਹਿੰਦੇ ਇੰਜ ਦੇਖਦੇ ਨੇ ਕਿ ਜਿਵੇਂ ਕੋਈ ਇੱਕ ਕਟੋਰੇ ਦੇ ਵਿੱਚ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲੈਂਦਾ, ਉਹ ਅੱਖਾਂ ਰੂਪੀ ਕਟੋਰਿਆਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਮਨ ਦੀ ਪਿਆਸ ਬੁਝਾ ਰਹੇ ਹਨ। ਮਿਲੇ ਭਾਉ ਤਰ ਸਦਨ ਸਿਧਾਏ, ਜਿਨ ਮਨ ਭਗਤ ਵਿਖੈ ਸੁਖ ਪਾਏ। ਇਸੇ ਤਰ੍ਹਾਂ ਕਹਿੰਦੇ ਬੜੇ ਪ੍ਰੇਮ ਦੇ ਨਾਲ ਹੁਣ ਸਾਰੇ ਮਿਲ ਕੇ ਆਪਣੇ ਘਰਾਂ ਨੂੰ ਉਹਨਾਂ ਨੇ ਚਾਲੇ ਪਾ ਦਿੱਤੇ ਤੇ ਉਹਨਾਂ ਦੇ ਮਨਾਂ ਨੇ ਭਗਤੀ ਵਿੱਚ ਸੁਖ ਪਾਇਆ ਹੈ। ਮਿਲੇ ਆਨ ਪੁਨ ਬਾਲ ਸਖਾਈ, ਕਹਿਤ ਪਰਸ ਪਰ ਅਦਕ ਵਡਾਈ। ਇਸੇ ਤਰ੍ਹਾਂ ਹੁਣ ਬਚਪਨ ਦੇ ਦੋਸਤਾਂ ਨੂੰ ਵੀ ਮਿਲੇ ਨੇ ਪਾਤਸ਼ਾਹ ਜੀ ਤੇ ਉਹਨਾਂ ਦੇ ਨਾਲ ਵੀ ਅਨੇਕਾਂ ਵਿਚਾਰਾਂ ਹੋਈਆਂ ਹਨ। ਪਰਮ ਪ੍ਰੇਮ ਮੈਂ ਮੋਦ ਨਾ ਥੋਰਾ, ਇੱਕ ਟੱਕ ਦੇਖ ਰਹੇ ਮੁਖੇ ਓਰਾ। ਤੇ ਇਸੇ ਤਰ੍ਹਾਂ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਨਿਗਾਹ ਦੇ ਨਾਲ ਬਿਨਾਂ ਅੱਖ ਝਮਕਿਆ ਦੇਖਦੇ ਹਨ। ਬੈਸ ਬਿਤਾਵੇ ਬਾਸੁਰ ਪਾਸੂ, ਨਿਤ ਪ੍ਰਤ ਉਰਵੈ ਨਿਉ ਹੁਲਾਸੂ। ਇਸੇ ਤਰ੍ਹਾਂ ਕਹਿੰਦੇ ਗੁਰੂ ਜੀ ਦੇ ਪਾਸ ਬੈਠ ਕੇ ਬਹੁਤ ਸਮਾਂ ਗੁਜ਼ਾਰਦੇ ਨੇ ਤੇ ਨਿਤ ਪ੍ਰਤ ਦਿਲ ਵਿੱਚ ਨਵੀਂ ਖੁਸ਼ੀ ਪ੍ਰਾਪਤ ਕਰਦੇ ਨੇ। ਤਲਵੰਡੀ ਨਗਰ ਦੇ ਜੀ ਜਾ ਬਿਦ ਲੀਲਾ ਸ਼੍ਰੀ ਜਗਨਨਾਥਾ, ਕੀਨੀ ਤਲਵੰਡੀ ਸੁਖ ਸਾਥਾ। ਕਹਿੰਦੇ ਇਸੇ ਤਰ੍ਹਾਂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਲਵੰਡੀ ਨਗਰ ਦੇ ਵਿੱਚ ਰਹਿੰਦੇ ਹੋਏ ਲੀਲਾ ਵਰਤਾ ਰਹੇ ਨੇ, ਕੌਤਕ ਵਰਤਾ ਰਹੇ ਨੇ ਤੇ ਤਲਵੰਡੀ ਜਿਹੜੀ ਹੈ ਉਹ ਸੁੱਖਾਂ ਨਾਲ ਭਰੀ ਪਈ ਹੈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਅੱਜ ਇਸ 23ਵੇਂ ਅਧਿਆਏ ਦੀ ਸਮਾਪਤੀ ਹੈ। ਕੱਲ ਤੋਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ 24ਵੇਂ ਅਧਿਆਏ ਦਾ ਪ੍ਰਸੰਗ ਸਰਵਣ ਕਰਾਂਗੇ। ਉਸ ਦੇ ਵਿੱਚ ਵਿਚਾਰਾ ਸਰਵਣ ਕਰਾਂਗੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਤਲਵੰਡੀ ਦੀ ਧਰਤੀ ਤੋਂ ਵਾਪਸ ਸੁਲਤਾਨਪੁਰ ਦੀ ਧਰਤੀ ਨੂੰ ਕਿਵੇਂ ਚਾਲੇ ਪਾਉਂਦੇ ਨੇ, ਉਹ ਕੱਲ ਦੇ ਦੀਵਾਨਾਂ ਦੇ ਵਿੱਚ ਵਿਚਾਰ ਸਰਵਣ ਕਰਾਂਗੇ। ਵਿਚਾਰਾਂ ਕਰਦੇ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦਿਆਂ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।